सेवक को सेवा बन आई, सेवक को सेवा बन आई, सेवक को सेवा बन आई, सेवक को सेवा बन आई। हुक्म बूझ परम पद पाई, हुक्म बूझ परम पद पाई। सेवक को सेवा बन आई, सेवक को सेवा बन आई। बाबा नंद सिंह जी कहते सी माया गई कुछ नहीं गया, सेहत गई कुछ कुछ गया, जे भावना चली गई फिर सब कुछ ही चला गया। ये भावना होंदी है बंदे दी, जे संगत का कोई बंदा भावना लैके आंदा ते ओदा सच्चे पातशाह बाबा बुड्ढा जी पूरा सर ते हत्थ रख के सारे उन्हां दे काम कारज पूरे करते हैं। ਅਸੀਂ ਬੜੇ ਧੰਨਵਾਦੀ ਹਾਂ ਮੋਂਟੀ ਵੀਰ ਜੀ ਦੇ, ਜਿਨ੍ਹਾਂ ਨੇ ਇਹ ਉਪਰਾਲਾ ਚੁੱਕਿਆ ਹੈ। ਤੇ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਮੁਤਾਬਿਕ ਇਹੋ ਜਿਹੇ ਵੀਰ ਅੱਗੇ ਆਉਣੇ ਚਾਹੀਦੇ ਨੇ ਜੋ ਗੁਰੂ ਘਰ ਨਾਲ ਸਾਧ ਸੰਗਤ ਨੂੰ ਜੋੜ ਸਕਣ। ਮੈਂ ਤਾਂ ਬਸ ਇਹੀ ਕਹਿਣਾ ਵੀਰ ਜੀ ਕਿ ਇਹ ਗੁਰਦੁਆਰਾ ਜਿਹੜਾ ਹੈਗਾ ਬਾਬਾ ਬੁੱਢਾ ਸਾਹਿਬ ਜੀ ਦਾ ਸਾਰੇ ਬਲਦੇਵ ਵੀਰ ਜੀ ਦੀ ਮਿਹਨਤ ਹੈਗੀ ਜੀ। ਇੱਕ ਵਾਰ ਤੁਸੀਂ ਇੱਥੇ ਆ ਕੇ ਦੇਖੋ, ਤੁਹਾਨੂੰ ਆਪਣੇ ਆਪ ਇੱਥੇ ਪਤਾ ਚੱਲੇਗਾ ਜਿਹੜੀ ਮਿਹਨਤ ਇਹਨਾਂ ਦੀ ਬਲਦੇਵ ਵੀਰ ਜੀ ਨੇ ਕੀਤੀ ਹੈਗੀ ਉਹ ਤੁਹਾਨੂੰ ਨਜ਼ਰ ਆਏਗੀ। ਭਾਵੇਂ ਲੰਗਰ ਦੀ ਹੋਏ, ਸੰਗਤ ਦੀ, ਹਰ ਤਰਫ ਮਿਹਨਤ ਸਾਡੇ ਬਲਦੇਵ ਵੀਰ ਜੀ ਨੇ ਕੀਤੀ ਹੈ ਜੀ। ਉਸ ਦੇ ਨਾਲ ਹੋਰ ਇੱਕ ਸਾਨੂੰ ਜਿਹੜਾ ਮੋਂਟੀ ਵੀਰ ਜੀ ਸਾਥ ਮਿਲਿਆ ਹੈਗਾ ਉਹ ਸੋਨੇ ਤੇ ਸੁਹਾਗਾ ਹੈਗਾ ਜੀ। ਬਿਲਕੁਲ ਇੱਕ ਫੋਨ ਕਰਨੇ ਤੇ ਮੋਂਟੀ ਵੀਰ ਜੀ ਇੱਥੇ ਆਉਂਦੇ ਨੇ ਤੇ ਜਿਹੜੀ ਸੇਵਾ ਕੋ ਕਿਸੇ ਪਰਿਵਾਰ ਨੂੰ ਕਹੋ, ਕਿਸੇ ਬੱਚੇ ਫੀਸ ਕੋ ਇੱਕ ਵਾਰ ਤੇ ਕਹਿੰਦੇ ਨਹੀਂ। ਸਾਡੇ ਬਲਦੇਵ ਵੀਰ ਜੀ ਤੇ ਮੋਂਟੀ ਵੀਰ ਜੀ ਮਿਲ ਕੇ ਜੋ ਕੰਮ ਕਰ ਰਹੇ ਨੇ, ਮੈਂ ਤਾਂ ਕਹਿੰਦਾ ਸੰਗਤ ਨੂੰ ਪੂਰਾ ਸਾਥ ਦੇਣਾ ਚਾਹੀਦਾ ਹੈ। ਤੇ ਜਿਹੜੀ ਸਾਡੀ ਬਿਲਡਿੰਗ ਬਣੀ ਹੈ ਪ੍ਰਧਾਨ ਜੀ ਦੀ ਮਿਹਨਤ ਤੇ ਮੋਂਟੀ ਵੀਰ ਜੀ ਲਗਨ ਦੋਨਾਂ ਨੇ ਮਿਲ ਕੇ ਬਣੀ ਹੈ ਵੀਰ ਜੀ। बिल्कुल ही वाहिगुरु जी का खालसा वाहिगुरु जी की फतेह। ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्ब का धनी। सतगुਰਾਂ जी की अपार बख्शिश रहमत सदका ਇਹ ਪਾਵਨ ਅਸਥਾਨ ਬਲਾਕ ਨੰਬਰ 1 ਸੁਭਾਸ਼ ਨਗਰ ਵਿਖੇ ਨਿਊ ਦਿੱਲੀ ਵਿਖੇ ਇਹ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਪਾਵਨ ਪਵਿੱਤਰ ਅਸਥਾਨ ਹੈ। ਇਸ ਅਸਥਾਨ 'ਤੇ ਬਹੁਤ ਹੀ ਸਤਿਗੁਰਾਂ ਜੀ ਦੀ ਕਿਰਪਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੋਂ ਦੇ ਜਿਹੜੇ ਪ੍ਰਬੰਧਕ ਜਨ ਹਨ ਉਹ ਸੇਵਾਦਾਰ ਬਣ ਕੇ ਜਿਹੜੇ ਬਹੁਤ ਸੋਹਣੇ ਤਰੀਕੇ ਦੇ ਨਾਲ ਇਹ ਸੇਵਾ ਜਿਹੜੀ ਨਿਭਾ ਰਹੇ ਹਨ ਅਤੇ ਗੁਰਮਤਿ ਸਮਾਗਮ ਕਰਵਾ ਕਰਕੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਦਾ ਯਤਨ ਕਰ ਰਹੇ ਹਨ। ਔਰ ਇਸ ਅਸਥਾਨ 'ਤੇ ਹਰ ਮਹੀਨੇ ਪੂਰਨਮਾਸ਼ੀ ਦੇ ਦਿਨ ਵਿਸ਼ੇਸ਼ ਜਿਹੜੇ ਗੁਰਮਤਿ ਸਮਾਗਮ ਜਿਹੜੇ ਕਰਵਾਏ ਜਾਣ ਹਨ, ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀਏ ਉਹ ਆ ਕੇ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਦਾ ਨਾਂ ਹੀ ਨਿਹਾਲ ਕਰਦੇ ਹਨ। ਇਸ ਅਸਥਾਨ 'ਤੇ ਬੜੀ ਸਤਿਗੁਰਾਂ ਜੀ ਦੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਕਿਰਪਾ ਹੈ। ਇਸ ਅਸਥਾਨ 'ਤੇ ਜੋਤ ਦਾ ਦੇਸੀ ਘਿਓ ਦਾ ਜਿਹੜਾ ਉਹ ਪ੍ਰਸ਼ਾਦ ਜਿਹੜਾ ਦਿੱਤਾ ਜਾਂਦਾ ਹੈ। ਜੋ ਪ੍ਰਾਣੀ ਜਿਹੜੇ ਹਨ ਬਿਮਾਰ ਰਹਿੰਦੇ ਹਨ ਜਾਂ ਕੋਈ ਵੀ ਕਿਸੇ ਨੂੰ ਬਿਮਾਰੀ ਹੈ ਜਾਂ ਜਿਸੇ ਧੀ ਪੁੱਤਰ ਬੱਚਾ ਨਹੀਂ ਹੈ, ਉਹ ਇਸ ਅਸਥਾਨ 'ਤੇ ਜੋਤ ਦਾ ਪ੍ਰਸ਼ਾਦ ਲੈਂਦੇ ਹਨ ਅਤੇ ਹਾਜ਼ਰੀਆਂ ਭਰਦੇ ਹਨ। ਅਤੇ ਸਤਿਗੁਰਾਂ ਜੀ ਦੀ ਕਿਰਪਾ ਨਾਲ ਇੱਥੋਂ ਮਨੋਕਾਮਨਾ ਜਿਹੜੀਆਂ ਪੂਰੀਆਂ ਹੁੰਦੀਆਂ ਹਨ। ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੈ। ਜੋ ਵੀ ਇਸ ਅਸਥਾਨ 'ਤੇ ਦੂਰੋਂ ਸੰਗਤਾਂ ਆਉਂਦੀਆਂ ਹਨ, ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰਦੀਆਂ, ਸਤਿਗੁਰੂ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਸਤਿਗੁਰੂ ਦੀ ਕਿਰਪਾ ਕਰਨ ਇਸ ਅਸਥਾਨ 'ਤੇ ਬੜੀ ਸਤਿਗੁਰਾਂ ਜੀ ਦੀ ਕਿਰਪਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਨੂੰ ਜੋ ਹਰ ਹਰ ਮਹੀਨੇ ਪੂਰਨਮਾਸ਼ੀ 'ਤੇ ਗੁਰਦੁਆਰਾ ਸਾਹਿਬ ਵਿੱਚ ਜੋੜ ਮੇਲਾ ਲੱਗਦਾ ਹੈ ਪੂਰਨਮਾਸ਼ੀ ਦਾ। ਜਿਸ ਤਰ੍ਹਾਂ ਮਾਤਾ ਗੰਗਾ ਜੀ ਨੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਆਸ਼ੀਰਵਾਦ ਲਿਆ, ਮਿੱਸੇ ਪ੍ਰਸ਼ਾਦੇ, ਅਚਾਰ, ਪਿਆਜ਼, ਮੱਖਣ, ਦਹੀਂ ਲੈ ਕੇ ਬਾਬਾ ਜੀ ਦੇ ਬੀੜ 'ਤੇ ਪਹੁੰਚੇ। ਜਦੋਂ ਬਾਬਾ ਜੀ ਨੇ ਗੰਢੇ 'ਤੇ ਮੁੱਕੀ ਮਾਰੀ ਅਤੇ ਪਿਆਜ਼ ਦੀ ਗਿੱਟ ਦੂਰ ਜਾ ਗਿਰੀ ਤਾਂ ਬਾਬਾ ਜੀ ਨੇ ਮਾਤਾ ਗੰਗਾ ਜੀ ਨੂੰ ਵਰ ਦਿੱਤਾ, ਮਾਂ ਗੰਗਾ ਤੁਹਾਡੇ ਘਰ ਇਹੋ ਜਿਹਾ ਵੈਰੀ, ਇਹੋ ਜਿਹਾ ਸੁਰਮਾ ਪੈਦਾ ਹੋਏਗਾ ਜੋ ਇਸੇ ਤਰ੍ਹਾਂ ਵੈਰੀਆਂ ਦੇ ਸਿਰ ਤੋੜੇਗਾ। ਜਿਸ ਤਰ੍ਹਾਂ ਗਿੱਟਕ ਦੂਰ ਜਾ ਕੇ ਗਿਰੀਏ ਉਹਨਾਂ ਦੇ ਵੀ ਸਿਰ ਦੂਰ ਦੂਰ ਗਿਰਨਗੇ। ਕਿਉਂਕਿ ਮਾਤਾ ਗੰਗਾ ਜੀ ਉਹ ਗੁਰੂ ਅਰਜਨ ਦੇਵ ਜੀ ਨੂੰ ਜਾਣਦੇ ਸਨ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਧੰਨ ਧੰਨ ਗੁਰੂ ਨਾਨਕ ਦੇਵ ਨੇ ਵਰ ਦਿੱਤਾ ਹੋਇਆ ਹੈ ਕਿ ਬਾਬਾ ਜੀ ਜੋ ਬੋਲੋਗੇ ਸੱਚ ਹੋਏਗਾ।
ਉਸ ਤਰ੍ਹਾਂ ਦੇ ਚੱਲੀ ਮਰਿਆਦਾ। ਪੂਰਨਮਾਸ਼ੀ ਵਾਲੇ ਦਿਨ ਜਿਹੜੇ ਗੁਰੂ ਸਾਧ ਸੰਗਤ ਜੀ ਜਿਨ੍ਹਾਂ ਘਰ ਔਲਾਦ ਨਹੀਂ ਹੁੰਦੀ, ਹੁਣੇ ਭਾਈ ਸਾਹਿਬ ਦੀ ਤਾਊ ਜੀ ਦੱਸ ਰਹੇ ਸਨ, ਇਹ ਗੱਲ ਸੱਚ ਹੈ। ਕਈ ਪਰਿਵਾਰ ਐਸੇ ਆਏ ਸਨ ਜਿਨ੍ਹਾਂ ਦੀ ਬਖਸ਼ਿਸ਼ ਹੋਈ ਹੈ, ਜਿਨ੍ਹਾਂ ਕੋਲ ਡਾਕਟਰ ਨੇ ਸਰਟੀਫਿਕੇਟ ਦਿੱਤਾ ਸੀ ਕਿ ਉਹਨਾਂ ਦੇ ਪਰਿਵਾਰ, ਉਹਨਾਂ ਦੇ ਘਰ ਬਾਲ ਬੱਚੇ ਨਹੀਂ ਹੋ ਸਕਦੇ। ਤੇ ਸਾਧ ਸੰਗਤ ਜੀ, ਆਪ ਜੀ ਵਿਸ਼ਵਾਸ ਕਰੋ ਕਿ ਇੱਥੇ ਆ ਕੇ ਉਹਨਾਂ ਨੇ 12 ਪੂਰਨਮਾਸ਼ੀ ਹਾਜੀਆਂ ਭਰੀਆਂ, ਨਿਸ਼ਾਨ ਸਾਹਿਬ ਤੇ ਝਾੜੂ ਪੋਚਾ ਕੀਤਾ ਤੇ ਅਰਦਾਸਾਂ ਕੀਤੀਆਂ, ਤੇ ਉਹਨਾਂ ਘਰ ਸੱਚੇ ਪਾਤਸ਼ਾਹ ਨੇ ਵਰਦੇ ਦੇ ਮੁਤਾਬਿਕ ਸੰਗਤਾਂ ਦਿੱਤਾ, ਬੱਚਿਆਂ ਦੀ ਔਲਾਦ ਦਿੱਤੀ। ਸਾਧ ਸੰਗਤ ਇੱਕ ਬੇਨਤੀ ਹੋਰ ਹੈ, ਇੱਥੇ ਜੋਤ ਦਾ ਕਿਉਂ ਮਿਲਦਾ, ਜੋ 24 ਘੰਟੇ ਜੋਤ ਦਾ ਕਿਉਂ ਚੱਲਦੀ ਹੈ? ਉਸ ਜੋਤ ਦੇ ਨਾਲ ਕੋਈ ਕਿਸੇ ਕਿਸਮ ਦੀ ਕੋਈ ਬਿਮਾਰੀ ਹੋਵੇ, ਮੈਂ 2-3 ਕੇਸ ਮੇਰੇ ਸਾਹਮਣੇ, ਬ੍ਰੇਨ ਟਿਊਮਰ, ਪੈਰਾਲਾਈਜ਼ ਦੇ 20-25 ਕੇਸ, ਹੋਰ ਵੀ ਕਈ ਬਿਮਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਹਨ, ਠੀਕ ਹੋਏ ਹਨ। ਉਹ ਜਿਨ੍ਹਾਂ ਬੱਚਿਆਂ ਦੇ ਵਿਆਹ ਨਹੀਂ ਹੁੰਦੇ, ਲੋਕੀ ਕਹਿੰਦੇ ਜੀ ਤਾਲੇ ਰੱਖ ਦਿਓ, ਚਾਬੀਆਂ ਰੱਖ ਦਿਓ। ਇੱਥੇ ਦਾ ਕੋਈ ਭਰਮ ਨਹੀਂ ਹੈ। ਇੱਥੇ ਜੋਤ ਦਾ ਘਿਓ ਲਿਜਾਓ, ਉਹਦਾ ਮਹਾਰਾਜ ਅੱਗੇ ਅਰਦਾਸ ਕਰੋ, ਆਪਣੇ ਘਰ ਜੋਤ ਦਾ ਘਿਓ ਯੂਜ਼ ਕਰੋ, ਤੇ ਸੱਚੇ ਪਾਤਸ਼ਾਹ ਉਹਨਾਂ ਦੇ ਬੱਚਿਆਂ ਦੇ ਵੀ ਕਾਰਜ ਪੂਰੇ ਹੁੰਦੇ ਹਨ। ਆਈ ਹੋਈ ਸਾਧ ਸੰਗਤ ਨੂੰ ਵੇਖਦਿਆਂ ਆਪ ਜੀ ਨੂੰ ਵਚਨ ਦਿੰਦੇ ਹਾਂ ਵਾਹਿਗੁਰੂ ਦੇ ਹਜ਼ੂਰੀ ਵਿੱਚ ਕਿ ਜੋ ਵੀ ਤੁਸੀਂ ਅਗਰ ਆਪਣੀ ਮਨੋ ਭਾਵਨਾ ਨਾਲ, ਸ਼ਰਧਾ, ਸੱਚੇ ਦਿਲ ਨਾਲ, ਸ਼ਰਧਾ ਨਾਲ ਆ ਕੇ ਸੇਵਾ ਕਰੋਗੇ ਤੇ ਆਪ ਜੀ ਨੂੰ ਮਨੋਕਾਮਨਾ ਸੰਪੂਰਨ ਹੋਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦ ਤੋਂ ਗੁਰੂ ਸਾਹਿਬ ਨੇ ਇਹ ਕਿਰਪਾ ਕੀਤੀ ਹੈ, ਸੇਵਾ ਬਖਸ਼ੀ ਹੈ, ਤੇ ਤਾਂ ਹੀ 2021 ਅਗਸਤ ਤੋਂ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਕਈ ਕੀਰਤਨ ਦਰਬਾਰ ਕਰਾਉਣ ਦਾ ਇਹ ਸੇਵਾ ਮਿਲਦੀ ਹੈ। ਸਭ ਤੋਂ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸੰਗਤਾਂ ਦਾ, ਉਹਦੇ ਬਾਅਦ ਇੱਧਰ ਦੀ ਪ੍ਰਬੰਧਕ ਕਮੇਟੀਆਂ ਦਾ। ਉਹਨਾਂ ਵਿੱਚੋਂ ਸੁਭਾਸ਼ ਨਗਰ ਦੀ ਇਹੀ ਪ੍ਰਬੰਧਕ ਕਮੇਟੀ ਜੋ ਬਹੁਤ ਸਾਡਾ ਗੁਰੂ ਸਾਹਿਬ ਦੀ ਬਖਸ਼ੀ ਨਾਲ ਹਰ ਵਕਤ ਸਹਿਯੋਗ ਕਰਦੀ ਹੈ। ਫੋਨ ਕਰਨ ਦੀ ਇੱਕ ਲੋੜ ਹੀ ਹੁੰਦੀ ਹੈ ਕਿ ਇਹ ਕੀਰਤਨ ਪ੍ਰੋਗਰਾਮ ਕਰਨੇ ਨੇ, ਤੇ ਇੱਕਦਮ ਤਿਆਰ ਬਰ ਤਿਆਰ ਸਾਰੇ ਵੀਰ, ਸਾਰੀ ਇਹਨਾਂ ਦੀ ਕਮੇਟੀ ਜੋ ਬਹੁਤ ਹੀ ਪਿਆਰ ਨਾਲ, ਸਤਿਕਾਰ ਨਾਲ, ਤੁਸੀਂ ਦੇਖ ਰਹੇ ਹੋਗੇ, ਹੁਣੇ ਤੁਸੀਂ ਵੀ ਸਾਰਾ ਦੇਖਿਆ। ਮੇਰੇ ਹਿਸਾਬ ਨਾਲ ਹਜ਼ਾਰਾਂ ਦੀ ਗਿਣਤੀ, ਤੁਸੀਂ ਗਿਣਤੀ ਕਰੋ ਤੇ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਸੰਗਤ ਲੰਗਰ ਛਕ ਰਹੀ ਹੈ, ਕੀਰਤਨ ਸੁਣ ਰਹੀ ਹੈ, ਮੱਥਾ ਟੇਕ ਰਹੀ ਹੈ। ਇਹ ਭਾਵਨਾ ਦੀ ਸਾਰੀ ਗੱਲ ਹੈ। ਇਹ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਜੀ ਦੇ ਨਾਂ ਤੋਂ ਇਹ ਗੁਰਦੁਆਰਾ ਸਾਹਿਬ ਇਹ ਏਰੀਏ ਦੇ ਅੰਦਰ ਇਹ ਨਾਮ ਹੈ, ਮਸ਼ਹੂਰ ਹੈ। ਤੇ ਇਹ ਸੱਚੀ ਗੱਲ ਹੈ, ਜੋ ਭਾਵਨਾ ਲੈ ਕੇ, ਕੋਈ ਸੱਚੀ ਦਿਲ ਤੋਂ ਭਾਵਨਾ ਲੈ ਕੇ ਇੱਥੇ ਆਂਦਾ, ਤੇ ਉਸ ਸਥਾਨ ਦੇ ਬਾਬਾ ਬੁੱਢਾ ਜੀ ਆਪ ਹੀ ਸਹਾਈ ਹੋ ਕੇ ਉਹਨਾਂ ਦੀ ਦੁੱਖ ਦਰਦ ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਜੀਵਨ 'ਚ ਕੋਈ ਸੁੱਖ ਦੁੱਖ ਆਉਂਦਾ ਤੇ ਉਹਨੂੰ ਪੂਰਨ ਹੁੰਦਾ ਹੈ, ਕਿਉਂਕਿ ਭਾਵਨਾ ਹੁੰਦੀ ਹੈ। ਭਾਵਨਾ, ਬਾਬਾ ਨੰਦ ਸਿੰਘ ਜੀ ਕਹਿੰਦੇ ਸੀ, ਮਾਇਆ ਗਈ ਕੁਛ ਨਹੀਂ ਗਿਆ, ਸੇਧ ਗਈ ਕੁਛ ਗਿਆ, ਜੇ ਭਾਵਨਾ ਚਲੀ ਗਈ ਫਿਰ ਸਭ ਕੁਝ ਹੀ ਚਲਾ ਗਿਆ। ਇਹ ਭਾਵਨਾ ਹੁੰਦੀ ਹੈ ਬੰਦੇ ਦੀ। ਜੇ ਸੰਗਤ ਦਾ ਕੋਈ ਬੰਦਾ ਭਾਵਨਾ ਲੈ ਕੇ ਆਂਦਾ ਤੇ ਉਹਦਾ ਸੱਚੇ ਪਾਤਸ਼ਾਹ ਬਾਬਾ ਬੁੱਢਾ ਜੀ ਪੂਰਾ ਸਰ ਤੇ ਹੱਥ ਰੱਖ ਕੇ ਸਾਰੇ ਉਹਨਾਂ ਦੇ ਕੰਮ ਕਾਰਜ ਪੂਰੇ ਕਰਦੇ ਨੇ। ਮੈਂ ਪ੍ਰਧਾਨ ਜੀ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦਾ, ਮੌਂਟੀ ਸੇਵਾ ਭਾਵਨਾ ਨਾਲ ਕਰਦਾ ਹੈ ਜਾਂ ਸਿਆਸਤ ਨਾਲ ਕਰਦਾ ਹੈ? ਦੇਖੋ ਜੀ, ਇਹਨਾਂ ਦੇ ਮਨ ਵਿੱਚ ਸੇਵਾ ਭਾਵਨਾ, ਜੋ ਇਹਨਾਂ ਦੇ ਅੰਦਰ ਸੰਸਕਾਰ ਨੇ, ਮਾਂ-ਬਾਪ ਦੇ ਸੰਸਕਾਰ ਹਨ। ਜਿਨ੍ਹਾਂ ਦੇ ਮਾਂ-ਬਾਪ ਅੱਛੇ ਗੁਰੂ ਨਾਲ ਜੁੜੇ ਹੁੰਦੇ ਨੇ, ਉਹ ਆਪਣੇ ਬੱਚਿਆਂ ਨੂੰ ਸੰਸਕਾਰ ਦਿੰਦੇ ਨੇ, ਉਹ ਆਪਣੇ ਬੱਚਿਆਂ ਨੂੰ ਗੁਰੂ ਨਾਲ ਜੋੜਦੇ ਨੇ। ਇਹੋ ਜਿਹੇ ਮਾਂ-ਬਾਪ ਧੰਨਵਾਦ ਵੀ ਹੁੰਦੇ ਨੇ ਜਿਹੋ ਜਿਹਾ ਘਰ ਔਲਾਦ ਹੁੰਦੀ ਹੈ, ਕਿਉਂਕਿ ਜਿਸ ਤਰ੍ਹਾਂ ਇਹ ਗੁਰੂ ਦੀ ਸੇਵਾ ਕਰ ਰਹੇ ਹਨ, ਫਾਈਨੈਂਸ਼ੀਅਲੀ ਹੋਵੇ, ਚਾਹੇ ਤਨ ਦੀ ਸੇਵਾ ਹੋਵੇ, ਚਾਹੇ ਮਨ ਦੀ ਸੇਵਾ ਹੋਵੇ, ਤੇ ਮਹਾਰਾਜ ਜੀ ਇਹ ਸੰਸਕਾਰ ਸਿਰਫ ਮਾਂ-ਬਾਪ ਦੇ ਦਿੱਤੇ ਹੋਏ ਹੁੰਦੇ ਹਨ। ਤੇ ਮੈਂ ਦੇਖਦਾ ਹਾਂ ਕਿ ਜੋ ਇਹ ਆਪਣੇ ਮਨੋਂ ਤਨ ਮਨ ਨਾਲ, ਜਿਸ ਤਰ੍ਹਾਂ ਗੁਰੂ ਘਰ 'ਚ ਕਈ ਵਾਰੀ ਜੱਥੇ ਲੈ ਕੇ ਆਉਂਦੇ ਨੇ, ਕੀਰਤਨੀ ਜੱਥੇ, ਚਾਹੇ ਉਹ ਹਾਇਰ ਕਰਨੇ ਹੋਣ ਜਾਂ ਉਹਨਾਂ ਨੂੰ ਡੋਨੇਸ਼ਨ ਦੇਣੀ ਹੋਵੇ ਜਾਂ ਉਹਨਾਂ ਨੂੰ ਜੋ ਫੰਡਸ ਦੇਣੇ ਹੋਣ, ਉਹਦੇ ਆਪਣੀ ਜੇਬ ਤੋਂ ਦੇ ਕੇ। ਇਹ ਖਾਲੀ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਨਹੀਂ, ਹੋਰ ਗੁਰਦੁਆਰਿਆਂ 'ਚ ਵੀ ਇਹ ਲਿਜਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਨੇ ਜੱਥੇ ਨਾਲ, ਕੀਰਤਨ ਰਾਹੀਂ। ਤੇ ਅਸੀਂ ਬੜੇ ਧੰਨਵਾਦੀ ਹਾਂ ਮੋਂਟੀ ਵੀਰ ਜੀ ਦੇ, ਜਿਨ੍ਹਾਂ ਨੇ ਇਹ ਉਪਰਾਲਾ ਚੁੱਕਿਆ ਹੈ। ਤੇ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਮੁਤਾਬਿਕ ਇਹੋ ਜਿਹੇ ਵੀਰ ਅੱਗੇ ਆਉਣੇ ਚਾਹੀਦੇ ਨੇ ਜੋ ਗੁਰੂ ਘਰ ਨਾਲ ਸਾਧ ਸੰਗਤ ਨੂੰ ਜੋੜ ਸਕਣ। ਇੱਕ ਗੱਲ ਦੱਸੋ, ਮੌਂਟੀ ਸੇਵਾ ਕਰਦਾ ਹੈ ਜਾਂ ਫਿਰ ਸਿਰਫ ਟਾਈਮ ਪਾਸ ਕਰਦਾ ਹੈ? ਵੀਰ ਜੀ, ਮੈਂ ਕਹਿੰਦਾ ਜਿਵੇਂ ਸੂਰਜ ਨੂੰ ਰੋਸ਼ਨੀ ਦਿਖਾਉਣ ਵਾਲੀ ਗੱਲ ਹੁੰਦੀ ਹੈ, ਸਾਡਾ ਮੌਂਟੀ ਵੀਰ, ਅਸੀਂ ਮਤਲਬ 2020 ਤੋਂ ਇਸ ਵੀਰ ਨਾਲ ਜੁੜੇ ਹਾਂ। ਅਤੇ ਜਦੋਂ ਵੀ ਦੇਖਿਆ ਨਾ, ਇਹ ਵੀਰ ਸੰਗਤ ਦੀ ਸੇਵਾ ਦਿਨ ਰਾਤੀ ਹਾਜ਼ਰ ਰਹਿੰਦਾ ਜੀ। ਕਿਉਂਕਿ ਜਦੋਂ ਕਰੋਨਾ ਕਾਲ ਸੀ, ਮੈਨੂੰ ਆਪਣੇ ਵੀਰ ਦਾ ਬਚਨ ਯਾਦ ਹੈ ਕਿ ਸਾਰੀ ਦੁਨੀਆ ਆਪਣੇ ਘਰ ਛੁਪ ਕੇ ਬੈਠ ਗਈ ਸੀ, ਪਰ ਇਹ ਵੀਰ ਨੇ ਆਖਿਆ, ਜੇ ਅਗਰ ਮੇਰੀ ਜਾਨ ਵੀ ਚਲੀ ਜਾਵੇ ਤੇ ਸੰਗਤ ਨੂੰ ਕੁਰਬਾਨ। ਕਹਿੰਦਾ ਜੇ ਮੈਂ ਘਰ ਬੈਠ ਗਿਆ
ਤੇ ਮੈਂ ਸੰਗਤ ਨੂੰ ਜਿਹੜਾ ਦਿੱਤਾ ਵਚਨ ਹੈ ਕਿ ਮੈਂ 24 ਘੰਟੇ ਸੰਗਤ ਦੀ ਸੇਵਾ ਕਰਾਂਗਾ, ਉਹ ਮੇਰਾ ਖਾਲੀ ਜਾਵੇਗਾ। ਤਾਂ ਮੈਂ ਕਹਿੰਦਾ ਐਸਾ ਗੁਰਸਿੱਖ ਜੋ ਮੈਂਬਰ ਸੁਭਾਸ਼ ਨਗਰ ਨੂੰ ਮਿਲਿਆ ਹੈ, ਤੇ ਸਾਡੇ ਬੜੇ ਵੱਡੇ ਭਾਗ ਹਨ ਜੋ ਐਸਾ ਗੁਰਸਿੱਖ ਮੈਂਬਰ ਸੁਭਾਸ਼ ਨਗਰ ਨੇ ਜਿਤਾ ਕੇ ਸੰਗਤ ਦੀ ਝੋਲੀ 'ਚ ਪਾਇਆ ਹੈ। ਕਿਉਂਕਿ ਜਿੱਥੇ ਕੀਰਤਨ ਦਰਬਾਰ ਕਰਵਾਉਂਦੇ ਹਨ ਤੇ ਉੱਥੇ ਹੀ ਗੁਰਧਾਮਾਂ ਦੀ ਬੱਸਾਂ ਦੀ ਸੇਵਾ ਵੀ ਕਰਦੇ ਹਨ। ਇਹ ਨਹੀਂ ਕਿ ਗੁਰਦੁਆਰੇ ਦੀ ਗੋਲਕ ਤੋਂ ਆਪਣੇ ਜੇਬ ਤੋਂ ਵੀ। ਤੇ ਪਿੱਛੇ ਜਦੋਂ ਕਰੋਨਾ ਕਾਲ ਵਿੱਚ ਕਈ ਰਾਸ਼ਨ ਵੰਡੇ, ਸਿਲੰਡਰ ਵੰਡੇ, ਜੋ ਸਿਲੰਡਰ ਦੀ ਕਿੱਟਾਂ ਸੀ ਉਹ ਵੀ ਮੇਰੇ ਸਾਹਮਣੇ 1-1.5 ਲੱਖ ਪੁਰਾਣੀਆਂ ਗੱਲਾਂ ਹੋ ਗਈਆਂ। ਮੈਂਬਰ ਬਣਨ ਤੋਂ ਬਾਅਦ ਕੰਮ ਕਰ ਰਿਹਾ ਕੋਈ ਕੀ ਨਹੀਂ ਕਰ ਰਿਹਾ? ਬਹੁਤ ਅੱਛਾ ਕੰਮ ਕਰ ਰਹੇ ਜੀ। ਅਸੀਂ ਘੱਟੋ ਘੱਟ ਨਹੀਂ 70-80 ਪਰਿਵਾਰ ਐਸੇ ਹਨ ਜਿਨ੍ਹਾਂ ਦੀ ਅਸੀਂ ਫੀਸ ਇਹਨਾਂ ਦੇ ਥਰੂ ਮਾਫ ਕਰਵਾਈ ਹੈ। 11,000 21,000 ਰੁਪਏ ਚੱਕ ਇਹਨਾਂ ਨੇ ਲਿਆ ਕੇ ਦਿੱਤੇ ਹਨ ਤੇ ਇਹ ਸਤਿਗੁਰੂ ਦੀ ਕਿਰਪਾ ਨਾਲ ਸੰਗਤ ਦੀ ਸੇਵਾ ਕਰ ਰਹੇ ਹਨ। ਚਾਹੇ ਉਹ ਰਾਸ਼ਨ ਦੀ ਹੋਵੇ, ਭਾਵੇਂ ਉਹ ਫੀਸ ਮਾਫੀ ਦੀ ਸੇਵਾ ਹੋਵੇ, ਇਹ ਦਿਨ ਰਾਤ ਲੱਗੇ ਹੋਏ ਹਨ ਜੀ। ਵੀਰ ਜੀ ਪਹਿਲੀ ਗੱਲ ਤੇ ਹਰ ਇੱਕ ਚੀਜ਼ 'ਚ ਹਰ ਇੱਕ ਜਗ੍ਹਾ ਟਾਈਮ ਲੱਗਦਾ ਹੀ ਲੱਗਦਾ ਹੈ। ਇਹ ਗੁਰਦੁਆਰਾ ਜਿਸ ਸਥਾਨ ਤੇ ਬਣ ਰਿਹਾ ਹੈ ਉਹ ਜਗ੍ਹਾ ਜਿਹੜੀ ਹੈ ਨਾ, ਤੁਸੀਂ ਦੇਖ ਰਹੇ ਹੋਗੇ ਮੇਨ ਰੋਡ ਦੇ ਉੱਤੇ, ਹਮੇਸ਼ਾ ਹਰ ਗੁਰਦੁਆਰੇ ਟਾਈਮ ਲੱਗਦਾ ਹੈ ਉਸ ਗੁਰਦੁਆਰੇ 'ਚ, ਉਸ ਏਰੀਆ ਦੇ ਅੰਦਰ। ਹੁਣ ਤੱਕ ਜਿੰਨਾ ਕੰਮ ਹੋਇਆ ਹੈ ਪ੍ਰਧਾਨ ਸਾਹਿਬ ਦੀ ਬਦੌਲਤ ਹੋਇਆ, ਜਿੱਥੇ ਗੁਰਦੁਆਰਾ ਇੰਨੀ ਜਲਦੀ ਸ਼ੁਰੂ ਵੀ ਕਰਤਾ ਪਿਛਲੇ ਸਾਲ, ਬੜੀ ਕਿਰਪਾ ਰਹੀ ਹੈ, ਜੱਥਿਆਂ ਦੀ ਬੜੀ ਕਿਰਪਾ ਰਹੀ ਹੈ। ਮੋਂਟੀ ਵੀਰ ਜੀ ਦੇ ਸਾਥ ਜਿਹੜਾ ਕੀਰਤਨ ਦਰਬਾਰ ਦੀ ਸੰਗਤ ਆਣੀ ਸਟਾਰਟ ਹੋਈ ਹੈ, ਬਹੁਤ ਵੱਡੇ ਪੱਧਰ ਤੇ ਕੰਮ ਹੋ ਰਿਹਾ ਹੈ ਔਰ ਜਲਦੀ ਹੀ ਗੁਰਦੁਆਰਾ ਪੂਰੇ ਲੈਵਲ ਤੇ ਬਣ ਕੇ ਸਟਾਰਟ ਹੋ ਜਾਏਗਾ ਤੁਹਾਡੇ ਸਾਹਮਣੇ। ਕਿਹੜਾ ਕੰਮ ਹੋ ਚੁੱਕਾ ਹੈ, ਕਿਹੜਾ ਕੰਮ ਰਹਿ ਰਿਹਾ ਇਸ ਵੇਲੇ? ਦੇਖੋ ਮੇਨ ਤੇ ਗੁਰੂ ਸਾਹਿਬ ਦਾ ਹੋਲ ਸੀਗਾ, ਹੋਲ ਦਾ ਕੰਮ ਪਹਿਲੇ ਪਿਛਲੇ ਸਾਲ ਹੀ ਇਹਨਾਂ ਨੇ ਕੰਮ ਸ਼ੁਰੂ ਕਰਤਾ ਸੀਗਾ ਔਰ ਤੁਹਾਡੇ ਸਾਹਮਣੇ ਬਣ ਕੇ ਗੁਰਦੁਆਰਾ ਤਿਆਰ ਹੋ ਗਿਆ। ਹੁਣ ਨੀਚੇ ਲੰਗਰ ਔਰ ਦੀ ਸਥਾਪਨਾ ਹੋਣ ਜਾ ਰਹੀ ਹੈ ਉਹ ਜਲਦੀ ਤੁਹਾਡੇ ਸਾਹਮਣੇ ਸ਼ੁਰੂ ਹੋ ਜਾਏਗਾ। ਬਾਕੀ ਹੋਰ ਛੋਟੇ ਮੋਟੇ ਜਿਹੜੇ ਹਰ ਗੁਰਦੁਆਰੇ ਜਿਹੜੇ ਥੋੜੇ ਬਹੁਤ ਕੰਮ ਰਹਿੰਦੇ ਨੇ ਉਹ ਇੱਥੇ ਵੀ ਥੋੜੇ ਬਹੁਤ ਹੈਗੇ ਨੇ, ਉਹ ਆਲਮੋਸਟ ਟਾਈਮ ਦੇ ਹਿਸਾਬ ਨਾਲ ਸਾਰੇ ਪੂਰੇ ਕੀਤੇ ਜਾ ਰਹੇ ਨੇ ਆਪਣੇ ਆਪ ਹੀ। ਮਤਲਬ ਅਸੀਂ ਜਿਵੇਂ ਦੇਖਦੇ ਹਾਂ, ਜਿਵੇਂ ਕੋਵਿਡ ਸੀਗਾ ਤੇ ਕੋਵਿਡ ਦੇ ਅੰਦਰ ਵੀ ਇਸ ਗੁਰਦੁਆਰੇ ਜਿਹੜੀ ਪਤਾ ਚਲਦੀ ਆਈ ਸੀ ਸੇਵਾ ਦੀ, ਉਹ ਕੰਮ ਦੀ, ਹਰ ਚੀਜ਼ ਕੰਮ ਕਦੀ ਗੁਰਦੁਆਰੇ ਰੁਕਿਆ ਨਹੀਂ। 24 ਆਵਰਸ ਕੰਮ ਰੈਗੂਲਰ ਹੁੰਦਾ ਰਿਹਾ ਗੁਰਦੁਆਰੇ ਦੇ ਅੰਦਰ। ਜੱਥਿਆਂ ਨੇ ਪੂਰਾ ਆਪਣਾ ਸਾਥ ਦਿੱਤਾ, ਪ੍ਰਧਾਨ ਸਾਹਿਬ ਨੇ, ਕਮੇਟੀ ਨੇ, ਸਭ ਨੇ ਸਾਥ ਦਿੱਤਾ, ਸੰਗਤ ਦਾ ਪੂਰਾ ਸੰਯੋਗ ਰਿਹਾ ਹੈ। ਕੰਮ ਨਹੀਂ ਰੁਕਿਆ, ਸੇਵਾ ਨਹੀਂ ਰੁਕੀ, ਸਭ ਕੁਝ ਚੱਲਦਾ ਰਿਹਾ ਨਿਰੰਤਰ। ਮਹਾਰਾਜ ਦੀ ਕਿਰਪਾ ਰਹੀ ਹੈ ਗੁਰਦੁਆਰੇ ਦੇ ਅੰਦਰ, ਕਦੀ ਦਿੱਕਤ ਨਹੀਂ ਆਈ, ਪੈਸੇ ਨੂੰ ਲੈ ਕੇ ਕੋਈ ਦਿੱਕਤ ਨਹੀਂ ਹੋਈ, ਕਦੀ ਕੁਛ ਨਹੀਂ। ਜਿਹੜੀਆਂ ਤੁਹਾਨੂੰ ਗੱਲਾਂ ਪਤਾ ਲੱਗਦੀਆਂ ਨੇ ਦੂਜੇ ਲੈਵਲ ਤੋਂ, ਦੂਜੀ ਖਬਰ ਆਉਂਦੀ ਹੈ ਜੀ ਇਲੈਕਸ਼ਨ ਨਹੀਂ ਹੋ ਰਹੇ, ਇਲੈਕਸ਼ਨ ਨਹੀਂ ਹੋ ਰਹੇ, ਇਲੈਕਸ਼ਨ ਨਹੀਂ ਹੋ ਰਹੇ। ਪਹਿਲੀ ਗੱਲ ਭਾਈ ਸਾਹਿਬ, ਇਲੈਕਸ਼ਨ ਤੁਸੀਂ ਅਗਰ ਮੰਨ ਲਓ ਨਹੀਂ ਹੋ ਰਹੇ, ਅਗਰ ਤੁਹਾਨੂੰ ਕੋਈ ਬੰਦਾ ਲੱਗ ਰਿਹਾ ਕਿ ਕੋਈ ਬੰਦਾ ਇਲੈਕਸ਼ਨ ਅਗਰ ਚਾਹੁੰਦਾ ਹੈ ਉਹ ਬੈਠੇਗਾ। ਇੱਥੇ ਪ੍ਰਧਾਨ ਸਾਹਿਬ ਨੇ 3 ਸਾਲ ਪਹਿਲੇ ਵੀ ਚਾਬੀਆਂ ਦੇ ਦਿੱਤੀ ਸੀ ਹਾਥੀ ਚ ਸੰਗਤ ਦੇ ਵਿੱਚ, ਇੱਥੇ ਵੀ ਜਿਹੜਾ ਹੋਇਆ ਸੀ ਉੱਥੇ ਵੀ ਕਿਸੇ ਨੇ ਚਾਬੀਆਂ ਫੜੀ ਨਹੀਂ ਉਸ ਟਾਈਮ ਤੇ। ਕੋਈ ਅੱਗੇ ਤੇ ਆਏ, ਜਿਵੇਂ 24 ਘੰਟੇ ਪ੍ਰਧਾਨ ਸਾਹਿਬ ਬੈਠੇ ਰਹਿੰਦੇ ਨੇ ਆ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਕੋਈ ਅੱਜ ਕੱਲ੍ਹ ਕੋਈ ਗੁਰਦੁਆਰੇ 2 ਘੰਟੇ ਨਹੀਂ ਦਿੰਦਾ, ਪ੍ਰਧਾਨ ਸਾਹਿਬ ਫਿਰ ਰਾਤ ਤੱਕ ਬੈਠੇ ਰਹਿੰਦੇ ਨੇ ਗੁਰਦੁਆਰੇ ਆ ਕੇ। ਇੰਨੀ ਕੋਈ ਸੇਵਾ ਨਿਭਾ ਕੇ ਦਿਖਾਏ, ਕੋਈ 6 ਘੰਟੇ ਆ ਕੇ ਬੈਠ ਜੇ, ਅਸੀਂ ਕਹਿੰਦੇ ਅਸੀਂ ਉਹਨੂੰ ਚਾਬੀਆਂ ਦੇ ਦਾਂਗੇ। ਨਹੀਂ, ਬਹੁਤ ਵਧੀਆ ਸੇਵਾ ਚੱਲ ਰਹੀ ਹੈ। ਗੁਰਦੁਆਰਾ ਸਾਹਿਬ ਬਣ ਗਿਆ ਸਾਡਾ, ਹੋਰ ਕੰਮ ਹੋ ਰਹੇ ਨੇ ਜਿਹੜੇ ਹੋਣੇ ਚਾਹੀਦੇ ਨੇ, ਉਹ ਵੀ ਪ੍ਰਧਾਨ ਜੀ ਕਰ ਰਹੇ ਨੇ ਕੰਮ ਵਧੀਆ, ਉਹ ਵੀ ਅੱਗੇ ਵੀ ਹੋਰ ਵਧੀਆ ਹੋਣਗੇ। ਹੋਰ ਵੀ ਸੰਗਤ ਸਾਰੀ ਜੁੜੀ ਪਈ ਹੈ ਨਾਲ। ਮੋਂਟੀ ਵੀ ਜੋੜੀ ਗਾਣ ਤੋਂ ਆਏ ਨੇ ਕੋਚਰ ਜੀ, ਉਹ ਵੀ ਸੇਵਾ ਹੋ ਰਹੀ ਹੈ, ਬਹੁਤ ਅੱਛੇ ਕੀਰਤਨ ਦਰਬਾਰ ਹੋ ਰਹੇ ਨੇ, ਬਹੁਤ ਵਧੀਆ ਕੰਮ ਹੋ ਰਿਹਾ ਹੈ। ਅੱਗੇ ਵੀ ਗੁਰੂ ਸਾਹਿਬ ਸੰਗਤ ਆਪਣੀ ਸੇਵਾ ਕਰ ਰਹੀ ਹੈ, ਸਭ ਸੇਵਾ ਅੱਛੀ ਹੋਏਗੀ। ਆਪਾਂ ਦੇਖ ਕਹਿੰਦੇ ਗੁਰੂ ਘਰ ਹੀ ਜਲਦੀ ਜਿੰਨੀ ਸੇਵਾ ਅੱਛੀ ਹੋਵੇ ਉਨਾ ਵਧੀਆ ਹੈ। ਸੰਗਤ ਜੁੜਦੀ ਹੈ ਗੁਰੂ ਘਰ 'ਚ ਕੀਰਤਨ ਦਰਬਾਰ ਦੇ ਨਾਲ, ਹੋਰ ਵੀ ਅੱਛੇ ਦੇ ਕੰਮ ਹੋ ਰਹੇ ਨੇ। ਅਸੀਂ ਦੇਖ ਕਾਫੀ ਟਾਈਮ ਲੱਗ ਗਿਆ, ਕਾਫੀ ਟਾਈਮ ਤੋਂ ਸੇਵਾ ਕੰਮ ਹੋ ਹੀ ਜਾ ਰਿਹਾ। ਕੀ ਕਹਿਣਾ ਚਾਹੋਗੇ ਇਸ ਬਾਰੇ? ਕਾਫੀ ਟਾਈਮ ਲੱਗਿਆ, ਕਾਫੀ ਟਾਈਮ ਹੋਇਆ ਵੇ, ਇਹਦੀ ਗੱਲ ਨਹੀਂ ਕਿ ਨਹੀਂ ਇਹ ਹੋਇਆ, ਪਰ ਕੰਮ ਹੋ ਰਿਹਾ ਹੁਣ, ਅੱਛਾ ਹੋ ਰਿਹਾ ਹੈ। ਹੋਰ ਵੀ ਅੱਛਾ ਹੋਣਾ ਚਾਹੀਦਾ। ਮੈਂ ਕਹਿੰਦਾ ਹੋਰ ਵਧੀਆ ਹੋਵੇ ਕਿ ਸੰਗਤ ਆ ਕੇ ਬੋਲੇ ਕਿ ਹਾਂ ਜੀ ਪ੍ਰਧਾਨ ਜੀ ਨੇ ਬਹੁਤ ਵਧੀਆ ਕੰਮ ਕਰਾਇਆ ਹੋਵੇ। ਤਿਲ ਤਨ ਗਣੇ ਦੀ ਮਾਓ ਆਏ ਸਫਲ ਸੇ ਆਏ ਸਫਲ ਸੇ ਤਿਲ ਤਨ ਗਣੇ ਦੀ ਮਾਓ ਆਏ ਸਫਲ ਸੇ ਆਏ ਸਫਲ ਸੇ
गुरु